YouTube ਚੈਨਲ ਸ਼ੋਸ਼ੋ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ ਪੋਲੀਟੀਕਲ ਸਾਇੰਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਪੰਜਾਬੀ ਵਿੱਚ ਡਿਸਕਸ ਕਰਨ ਜਾ ਰਹੇ ਹਾਂ। ਪੇਪਰ ਦਾ ਨਾਮ ਹੈ ਰਾਜਨੀਤਿਕ ਸਿਧਾਂਤ ਪੋਲੀਟੀਕਲ ਥਿਊਰੀ ਫਸਟ ਪਾਰਟ। ਸਭ ਤੋਂ ਪਹਿਲਾਂ ਤੁਹਾਨੂੰ ਪੇਪਰ ਦੇ ਵਿੱਚ ਸ਼ਾਰਟ ਕੁਐਸਚਨਸ ਆਣਗੇ। ਇਹ 15 ਕੁਐਸਚਨ ਤੁਹਾਨੂੰ ਪੁੱਛੇ ਜਾਣਗੇ, ਜਿਸ ਦੇ ਵਿੱਚੋਂ 9 ਦਾ ਤੁਸੀਂ ਆਨਸਰ ਦੇਣਾ ਹੋਵੇਗਾ। 2 ਨੰਬਰ ਦਾ ਇੱਕ ਕੁਐਸਚਨ ਹੋਏਗਾ। ਇਸ ਤਰ੍ਹਾਂ ਇਹ 18 ਮਾਰਕਸ ਦੇ ਕੁਐਸਚਨ ਸ਼ਾਰਟ ਕੁਐਸਚਨ ਹੋਣਗੇ ਜੋ ਕਿ ਪੂਰੇ ਸਿਲੇਬਸ ਦੇ ਵਿੱਚੋਂ ਪੁੱਛੇ ਜਾਣਗੇ। ਇਹ ਐਗਜ਼ਾਮਪਲ ਦੇ ਲਈ ਤੁਹਾਨੂੰ ਇੱਥੇ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਇਹ ਸਾਰੇ ਜਿੰਨੇ ਕੁਐਸਚਨ ਤੁਹਾਨੂੰ ਦਿੱਤੇ ਜਾ ਰਹੇ ਆ, ਇਹਨਾਂ ਸਾਰਿਆਂ ਦੀ ਤਿਆਰੀ ਕਰ ਲੈਣਾ, ਕਿਉਂਕਿ ਇਸ ਦੇ ਵਿੱਚੋਂ ਹੀ ਤਕਰੀਬਨ ਪ੍ਰਸ਼ਨ ਪੁੱਛੇ ਜਾਂਦੇ ਹਨ। ਬਾਕੀ ਜਦੋਂ ਤੁਸੀਂ ਲੌਂਗ ਕੁਐਸਚਨ ਦੀ ਤਿਆਰੀ ਕਰੋਗੇ, ਉਸ ਦੇ ਵਿੱਚੋਂ ਵੀ ਸ਼ਾਰਟ ਕੁਐਸਚਨ ਦੀ ਤਿਆਰੀ ਨਾਲ ਹੀ ਹੋ ਜਾਵੇਗੀ। ਇਹ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਹੀ ਮੋਸਟ ਇੰਪੋਰਟੈਂਟ ਕੁਐਸਚਨਸ ਤਿਆਰ ਕੀਤੇ ਗਏ ਹਨ। ਸਭ ਤੋਂ ਪਹਿਲਾਂ ਹੈ ਰਾਜਨੀਤੀ ਵਿਗਿਆਨ ਦੀ ਪਰਿਭਾਸ਼ਾ ਦਿਓ। ਨੈਕਸਟ ਹੈ ਰਾਜਨੀਤੀ ਸ਼ਬਦ ਦਾ ਮੂਲ ਕੀ ਹੈ, ਇਹ ਦੱਸਣਾ ਹੈ। ਰਾਜਨੀਤੀ ਸ਼ਬਦ ਕਿਵੇਂ ਇਹ ਉਤਪਤੀ ਇਸ ਦੀ ਹੋਈ। ਐਂਡ ਨੈਕਸਟ ਹੈ ਰਾਜਨੀਤੀ ਸ਼ਾਸਤਰ ਦੇ ਅਰਥ ਲਿਖੋ। ਐਂਡ ਦੈਨ ਕੀ ਬ੍ਰਿਟਿਸ਼ ਡੋਮੀਨੀਅਨ ਨੂੰ ਰਾਜ ਕਿਹਾ ਜਾ ਸਕਦਾ ਹੈ। ਅੱਗੇ ਹੈ ਇੱਕ ਰਾਜ ਬਣਾਉਣ ਲਈ ਕਿੰਨੇ ਖੇਤਰ ਦੀ ਲੋੜ ਹੁੰਦੀ ਹੈ। ਵਿਦਿਆਰਥੀਓ, ਇਸ ਤੋਂ ਇਲਾਵਾ ਤੁਸੀਂ ਇਸ ਦਾ ਸਿਲੇਬਸ ਦੇਖਣ ਦੇ ਲਈ ਅਲੱਗ ਤੋਂ ਵੀਡੀਓ ਦੇਖ ਸਕਦੇ ਹੋ, ਜਿੱਥੇ ਇਹ ਸਿਲੇਬਸ ਡਿਸਕਸ ਕੀਤਾ ਗਿਆ ਹੈ। ਇਹ ਪੰਜਾਬੀ ਹਿੰਦੀ ਮੀਡੀਅਮ ਦੇ ਵਿੱਚ ਵੀ ਡਿਸਕਸ ਕੀਤਾ ਗਿਆ ਹੈ, ਔਰ ਬਾਕੀ ਸਾਰੇ ਸਬਜੈਕਟਸ ਦੇ ਵੀ ਮੋਸਟ ਇੰਪੋਰਟੈਂਟ ਕੁਐਸਚਨਸ ਤੁਹਾਨੂੰ ਇੱਥੇ ਹੀ ਮਿਲ ਜਾਣਗੇ, ਔਰ ਸਿਲੇਬਸ ਵੀ ਇੱਥੋਂ ਹੀ ਤੁਸੀਂ ਦੇਖ ਸਕਦੇ ਹੋ। ਨੈਕਸਟ ਕੁਐਸਚਨ ਹੈ ਸਮਾਜਿਕ ਇਕਰਾਰਨਾਮਾ ਸਿਧਾਂਤ ਇੱਕ ਬੁਰਾ ਇਤਿਹਾਸ ਹੈ, ਟਿੱਪਣੀ ਲਿਖੋ। ਇਹ ਇਕਰਾਰਨਾਮਾ ਮੀਨਸ ਸੋਸ਼ਲ ਕੰਟਰੈਕਟ ਥਿਊਰੀ ਦੀ ਗੱਲ ਇੱਥੇ ਕੀਤੀ ਗਈ ਹੈ। ਅੱਗੇ ਹੈ ਉਦਾਰਵਾਦ ਅਨੁਸਾਰ ਰਾਜ ਇੱਕ ਜ਼ਰੂਰੀ ਬੁਰਾਈ ਕਿਉਂ ਹੈ। ਨੈਕਸਟ ਹੈ ਨਵ ਉਦਾਰਵਾਦ ਦੀਆਂ ਕੋਈ 2 ਕਮੀਆਂ ਲਿਖੋ। ਅੱਗੇ ਹੈ ਰਾਜ ਦੇ ਕਾਰਜਾਂ ਬਾਰੇ ਸਮਾਜਵਾਦੀ ਨਜ਼ਰੀਆ ਕੀ ਹੈ। ਨੈਕਸਟ ਰਾਜ ਵੱਖ-ਵੱਖ ਐਸੋਸੀਏਸ਼ਨਾਂ ਵਿੱਚੋਂ ਇੱਕ ਐਸੋਸੀਏਸ਼ਨ ਹੈ, ਟਿੱਪਣੀ ਕਰੋ। ਹਾਂਜੀ ਸਟੂਡੈਂਟਸ, ਕਈ ਵਾਰ ਇੰਗਲਿਸ਼ ਦੇ ਵਿੱਚੋਂ ਜਦੋਂ ਟਰਾਂਸਲੇਟ ਕੀਤਾ ਜਾਂਦਾ ਹੈ ਪੰਜਾਬੀ ਜਾਂ ਹਿੰਦੀ ਮੀਡੀਅਮ ਦੇ ਵਿੱਚ, ਤਾਂ ਕੁਝ ਸਪੈਲਿੰਗਸ ਗਲਤ ਹੋ ਜਾਂਦੇ ਹੈ। ਕਈ ਵਾਰ ਉਸ ਦੇ ਬਹੁਤ ਸਾਰੇ ਮੀਨਿੰਗ ਹੁੰਦੇ ਹੈ, ਜਿਸ ਕਰਕੇ ਪੇਪਰ ਦੇ ਵਿੱਚ ਵੀ ਤੁਹਾਡੇ ਇਹ ਗਲਤੀ ਹੋ ਸਕਦੀ ਹੈ। ਬਹੁਤ ਵਾਰੀ ਹੋਈ ਵੀ ਹੈ। ਸੋ ਇਸ ਕਰਕੇ ਜਦੋਂ ਵੀ ਤੁਸੀਂ ਇਹ ਪੰਜਾਬੀ ਜਾਂ ਹਿੰਦੀ ਮੀਡੀਅਮ ਦੇ ਵਿੱਚ ਪੇਪਰ ਦੇਖੋਗੇ, ਤਾਂ ਨਾਲ ਜਿੱਥੇ ਤੁਹਾਨੂੰ ਕਨਫਿਊਜ਼ਨ ਹੁੰਦੀ ਹੈ ਉਸ ਨੂੰ ਇੰਗਲਿਸ਼ ਦੇ ਵਿੱਚ ਜ਼ਰੂਰ ਦੇਖ ਲੈਣਾ। ਜਿਵੇਂ ਕਿ ਇੱਥੇ ਜਾਇਜ਼ ਜ਼ਬਰਦਸਤੀ ਸ਼ਕਤੀ ਕੀ ਹੈ, ਇੱਥੇ ਕੋਈ ਹੋਰ ਵਰਡ ਵੀ ਯੂਜ਼ ਕੀਤਾ ਜਾ ਸਕਦਾ ਹੈ ਪੰਜਾਬੀ ਦੇ ਵਿੱਚ, ਤਾਂ ਇਸ ਨੂੰ ਦੇਖਣ ਦੇ ਲਈ ਨਾਲ ਮੈਂ ਇੱਥੇ ਇੰਗਲਿਸ਼ ਦੇ ਵਿੱਚ ਹੀ ਦਿੱਤਾ ਲੈਜੀਟੀਮੇਟ ਕੋਰੇਸਿਵ ਪਾਵਰ, ਜਾਇਜ਼ ਜ਼ਬਰਦਸਤੀ ਸ਼ਕਤੀ ਨੂੰ ਇਹ ਕਿਹਾ ਜਾਂਦਾ ਹੈ। ਔਰ ਇਸ ਦੇ ਲਈ ਜਦੋਂ ਵੀ ਤੁਸੀਂ ਆਪਣੇ ਪੇਪਰ ਦੀ ਤਿਆਰੀ ਕਰ ਰਹੇ ਹੋਵੋਗੇ, ਕੁਐਸਚਨਸ ਜਿਹੜੇ ਹੈ ਉਹ ਨਾਲ ਇੰਗਲਿਸ਼ ਦੇ ਵਿੱਚ ਜ਼ਰੂਰ ਪੜ੍ਹਿਓ, ਤਾਂ ਜੋ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਪੇਪਰ ਦੇ ਵਿੱਚ ਨਾ ਹੋਵੇ। ਪੇਪਰ ਤੁਹਾਡਾ ਇੰਗਲਿਸ਼, ਹਿੰਦੀ ਔਰ ਪੰਜਾਬੀ ਮੀਡੀਅਮ ਤਿੰਨੋਂ ਮੀਡੀਅਮ ਦੇ ਵਿੱਚ ਹੋਵੇਗਾ, ਅਤੇ ਨਾਲ ਹੀ ਇਹ ਇਕੱਠੇ ਦਿੱਤੇ ਹੋਣਗੇ। ਜਦੋਂ ਤੁਸੀਂ ਇੱਕ ਲੈਂਗੁਏਜ ਦੇ ਵਿੱਚ ਪੇਪਰ ਪੜ੍ਹ ਰਹੇ ਹੋ, ਨਾਲ ਦੂਸਰੀ ਲੈਂਗੁਏਜ ਦਾ ਦੇਖ ਸਕਦੇ ਹੋ, ਜਿੱਥੇ ਵੀ ਤੁਹਾਨੂੰ ਕੋਈ ਕਨਫਿਊਜ਼ਨ ਹੋਵੇ। ਨੈਕਸਟ ਹੈ ਰਾਜਨੀਤੀ ਵਿਗਿਆਨ ਅਤੇ ਰਾਜਨੀਤੀ ਵਿੱਚ ਫਰਕ ਕਰੋ। ਨੈਕਸਟ ਹੈ ਇੱਕ ਰਾਜ ਬਣਾਉਣ ਲਈ ਕਿੰਨੀ ਆਬਾਦੀ ਦੀ ਲੋੜ ਹੈ। ਐਂਡ ਦੈਨ ਕੀ ਸੰਯੁਕਤ ਰਾਸ਼ਟਰ ਇੱਕ ਰਾਜ ਹੈ। ਅੱਗੇ ਹੈ ਹੌਬਸ ਅਨੁਸਾਰ ਸਮਾਜਿਕ ਇਕਰਾਰਨਾਮੇ ਦਾ ਸੁਭਾਅ ਕੀ ਹੈ। ਇੱਥੇ ਸਮਾਜਿਕ ਇਕਰਾਰਨਾਮੇ ਦੀ ਜਗ੍ਹਾ ਸਮਾਜਿਕ ਸਮਝੌਤਾ ਸ਼ਬਦ ਵੀ ਯੂਜ਼ ਕੀਤਾ ਜਾ ਸਕਦਾ ਹੈ, ਔਰ ਇਕਰਾਰਨਾਮਾ ਸ਼ਬਦ ਵੀ ਆ ਸਕਦਾ ਹੈ। ਕੰਟਰੈਕਟ ਸ਼ਬਦ ਵੀ ਇੱਥੇ ਯੂਜ਼ ਕੀਤਾ ਜਾ ਸਕਦਾ ਹੈ, ਸੋਸ਼ਲ ਕੰਟਰੈਕਟ। ਤਾਂ 3-4 ਇਸ ਦੇ ਵਰਡ ਜਿਹੜੇ ਆ ਉਹ ਯੂਜ਼ ਕੀਤੇ ਜਾ ਸਕਦੇ ਹੁੰਦੇ ਆ। ਸੋ ਇਸ ਕਰਕੇ ਇਸ ਨੂੰ ਨਾਲ ਸਮਝਣਾ ਬਹੁਤ ਜ਼ਰੂਰੀ ਹੈ। ਅੱਗੇ ਹੈ ਤੁਸੀਂ ਆਧੁਨਿਕ ਜਾਂ ਸਮਕਾਲੀ ਉਦਾਰਵਾਦ ਬਾਰੇ ਕੀ ਜਾਣਦੇ ਹੋ। ਐਂਡ ਨੈਕਸਟ ਗਾਂਧੀ ਜੀ ਮੌਜੂਦਾ ਰਾਜ ਦੇ ਵਿਰੁੱਧ ਕਿਉਂ ਸਨ। ਨੈਕਸਟ ਸਮਾਜਵਾਦੀ ਰਾਜ ਦੇ ਕਲਿਆਣਕਾਰੀ ਕਾਰਜਾਂ ਨੂੰ ਲਿਖੋ। ਐਂਡ ਦੈਨ ਪ੍ਰਭੂਸੱਤਾ ਦਾ ਅੰਦਰੂਨੀ ਪਹਿਲੂ ਕੀ ਹੈ। ਉਸ ਤੋਂ ਬਾਅਦ ਡੀ ਫੈਕਟੋ ਪ੍ਰਭੂਸੱਤਾ ਸੋਵਰਨਟੀ ਤੋਂ ਤੁਹਾਡਾ ਕੀ ਭਾਵ ਹੈ। ਐਂਡ ਦੈਨ ਪਰੰਪਰਾਗਤ ਦ੍ਰਿਸ਼ਟੀਕੋਣ ਦੇ ਅਨੁਸਾਰ ਰਾਜਨੀਤੀ ਵਿਗਿਆਨ ਦੇ ਦਾਇਰੇ ਵਿੱਚ ਸ਼ਾਮਲ ਕੋਈ ਵੀ 2 ਵਿਸ਼ਿਆਂ ਨੂੰ ਲਿਖੋ। ਐਂਡ ਨੈਕਸਟ ਰਾਜਨੀਤੀ ਵਿਗਿਆਨ ਵਿੱਚ ਸਮਾਜ ਸ਼ਾਸਤਰ ਦਾ ਕੀ ਯੋਗਦਾਨ ਹੈ। ਐਂਡ ਦੈਨ ਰਾਜਨੀਤੀ ਵਿਗਿਆਨ ਦਾ ਰਵਾਇਤੀ ਟ੍ਰੈਡੀਸ਼ਨਲ ਅਰਥ ਕੀ ਹੈ। ਉਸ ਤੋਂ ਬਾਅਦ ਰਾਜਨੀਤੀ ਦੇ ਰਵਾਇਤੀ ਟ੍ਰੈਡੀਸ਼ਨਲ ਅਤੇ ਆਧੁਨਿਕ ਵਿਚਾਰਾਂ ਵਿੱਚ 2 ਅੰਤਰ ਦੱਸੋ। ਇਤਿਹਾਸ ਅਤੇ ਰਾਜਨੀਤੀ ਵਿਗਿਆਨ ਵਿੱਚ 2 ਅੰਤਰ ਦੱਸੋ। ਐਂਡ ਦੈਨ ਰਾਜਨੀਤੀ ਵਿਗਿਆਨ ਵਿੱਚ ਇਤਿਹਾਸ ਦਾ ਕੀ ਯੋਗਦਾਨ ਹੈ। ਨੈਕਸਟ ਹੈ ਮਾਰਕਸਵਾਦੀ ਰਾਜ ਦੇ ਵਿਰੁੱਧ ਕਿਉਂ ਹਨ। ਐਂਡ ਨੈਕਸਟ ਰਾਜਨੀਤੀ ਵਿਗਿਆਨ ਵਿੱਚ ਅਰਥ ਸ਼ਾਸਤਰ ਦਾ ਯੋਗਦਾਨ ਕੀ ਹੈ।
ਐਂਡ ਦੈਨ ਰਾਜਨੀਤੀ ਵਿਗਿਆਨ ਦਾ ਅਰਥ ਸ਼ਾਸਤਰ ਵਿੱਚ ਕੀ ਯੋਗਦਾਨ ਹੈ। ਅੱਗੇ ਹੈ ਰਾਜਨੀਤੀ ਵਿਗਿਆਨ ਵਿੱਚ ਸਮਾਜ ਸ਼ਾਸਤਰ ਦਾ ਕੀ ਯੋਗਦਾਨ ਹੈ। ਐਂਡ ਨੈਕਸਟ ਰਾਜ ਦਾ ਕਿਹੜਾ ਤੱਤ ਸਭ ਤੋਂ ਮਹੱਤਵਪੂਰਨ ਹੈ। ਨੈਕਸਟ ਹੈ ਰਾਜਨੀਤੀ ਵਿਗਿਆਨ ਅਤੇ ਅਰਥ ਸ਼ਾਸਤਰ ਵਿੱਚ ਕੀ ਸੰਬੰਧ ਹੈ। ਉਸ ਤੋਂ ਬਾਅਦ ਰਾਜ ਦੇ ਕੋਈ 2 ਗੈਰ ਜ਼ਰੂਰੀ ਤੱਤ ਦਿਓ। ਐਂਡ ਨੈਕਸਟ ਕੀ ਪੰਜਾਬ ਨੂੰ ਸੂਬਾ ਕਿਹਾ ਜਾ ਸਕਦਾ ਹੈ। ਐਂਡ ਦੈਨ ਰਾਜ ਦੇ ਜ਼ਰੂਰੀ ਤੱਤਾਂ ਲਈ ਨਾਮ ਲਿਖੋ। ਮੀਨਸ ਰਾਜ ਦੇ ਜ਼ਰੂਰੀ ਤੱਤ ਜਿਹੜੇ ਆ ਉਹਨਾਂ ਦੇ ਨਾਮ ਲਿਖਣੇ ਆ। ਅੱਗੇ ਹੈ ਰਾਜ ਅਤੇ ਸਰਕਾਰ ਵਿੱਚ 4 ਅੰਤਰ ਦੱਸੋ। ਐਂਡ ਨੈਕਸਟ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਵਿੱਚ ਕੋਈ 2 ਅੰਤਰ ਦੱਸੋ। ਐਂਡ ਦੈਨ ਰਾਜ ਅਤੇ ਸਮਾਜ ਵਿੱਚ ਕੋਈ 4 ਅੰਤਰ ਲਿਖੋ। ਅੱਗੇ ਹੈ ਕੀ ਸਿੱਕਮ ਇੱਕ ਰਾਜ ਹੈ। ਐਂਡ ਨੈਕਸਟ ਸਮਾਜਿਕ ਇਕਰਾਰਨਾਮਾ ਸੋਸ਼ਲ ਕੰਟਰੈਕਟ ਜਾਂ ਸਮਾਜਿਕ ਸਮਝੌਤਾ ਦੇ ਸਿਧਾਂਤ ਦੇ ਮੁੱਖ ਸਮਰਥਕ ਕੌਣ ਹਨ। ਉਸ ਤੋਂ ਬਾਅਦ ਰੂਸੋ ਦੀ ਜਨਰਲ ਵਿਲ ਕੀ ਹੈ। ਜਨਰਲ ਵਿਲ ਮੀਨਸ ਜਨਰਲ ਇੱਛਾ। ਇਸ ਦੀ ਥਿਊਰੀ ਹੈ, ਉਸ ਦਾ ਨਾਮ ਹੈ ਰਾਜ ਦੀ ਪ੍ਰਕਿਰਤੀ ਬਾਰੇ ਮਾਰਕਸਵਾਦੀ ਨਜ਼ਰੀਆ ਕੀ ਹੈ। ਨੈਕਸਟ ਮਾਰਕਸਵਾਦੀ ਰਾਜ ਦੇ ਸੁੱਕਣ ਵਿੱਚ ਵਿਸ਼ਵਾਸ ਰੱਖਦੇ ਹਨ। ਟਿੱਪਣੀ ਕਰੋ। ਇਸ ਨੂੰ ਇੰਗਲਿਸ਼ ਦੇ ਵਿੱਚ ਨਾਲ ਲਿਖਿਆ ਮਾਰਕਸਿਸਟ ਬਿਲੀਵ ਇਨ ਦਾ ਵਿਦਰਿੰਗ ਅਵੇ ਆਫ ਦਾ ਸਟੇਟ ਗਵਰਨਮੈਂਟ। ਐਂਡ ਨੈਕਸਟ ਹੈ ਨਵ ਉਦਾਰਵਾਦ ਤੋਂ ਤੁਹਾਡਾ ਕੀ ਭਾਵ ਹੈ। ਐਂਡ ਦੈਨ ਕਿਸੇ ਵੀ 4 ਕਲਿਆਣਕਾਰੀ ਰਾਜਾਂ ਦੇ ਨਾਂ ਲਿਖੋ। ਐਂਡ ਨੈਕਸਟ ਰਾਜਨੀਤਿਕ ਪ੍ਰਣਾਲੀ ਦੇ ਮਾਹੌਲ ਤੋਂ ਤੁਹਾਡਾ ਕੀ ਮਤਲਬ ਹੈ। ਰਾਜਨੀਤਿਕ ਪ੍ਰਣਾਲੀ ਦੇ ਇੰਟਰਸਟ ਐਗਰੀਗੇਸ਼ਨ ਹਿੱਤ ਸੰਗ੍ਰਹਿ ਕਾਰਜਾਂ ਦੀ ਵਿਆਖਿਆ ਕਰੋ। ਐਂਡ ਨੈਕਸਟ ਕਾਰਲ ਮਾਰਕਸ ਦੀਆਂ ਮਹੱਤਵਪੂਰਨ ਲਿਖਤਾਂ ਦੇ ਨਾਂ ਲਿਖੋ। ਐਂਡ ਦੈਨ ਨਾ ਮਾਤਰ ਜਾਂ ਸਿਰਲੇਖ ਵਾਲੀ ਪ੍ਰਭੂਸੱਤਾ ਤੋਂ ਤੁਹਾਡਾ ਕੀ ਮਤਲਬ ਹੈ, ਜਿਸ ਨੂੰ ਕਿ ਵਾਟ ਡੂ ਯੂ ਮੀਨ ਬਾਈ ਨੋਮੀਨਲ ਔਰ ਟਾਈਟੂਲਰ ਸੋਵਰਨਟੀ। ਇਹਦਾ ਮੀਨਿੰਗ ਤੁਸੀਂ ਦੱਸਣਾ ਹੈ। ਇਸ ਕੁਐਸਚਨ ਨੂੰ ਇੰਗਲਿਸ਼ ਦੇ ਵਿੱਚ ਇੱਥੇ ਲਿਖਿਆ ਗਿਆ ਹੈ। ਉਸ ਤੋਂ ਬਾਅਦ ਹੈ ਮੱਠਵਾਦੀ ਪ੍ਰਭੂਸੱਤਾ ਤੋਂ ਤੁਹਾਡਾ ਕੀ ਭਾਵ ਹੈ। ਮੱਠਵਾਦੀ ਮੀਨਸ ਇੱਥੇ ਮੋਨੈਸਟਿਕ ਸੋਵਰਨਟੀ ਦੀ ਗੱਲ ਕੀਤੀ ਗਈ ਹੈ। ਵਾਟ ਡੂ ਯੂ ਮੀਨ ਬਾਈ ਮੋਨੈਸਟਿਕ ਸੋਵਰਨਟੀ, ਇੱਥੇ ਇਹ ਦੱਸਣਾ ਹੈ। ਐਂਡ ਦੈਨ ਵਿਆਜ ਇਕੱਤਰੀਕਰਨ, ਇੱਥੇ ਵਿਆਜ ਇਕੱਤਰੀਕਰਨ ਨੂੰ ਇੰਟਰਸਟ ਐਗਰੀਗੇਸ਼ਨ, ਇੱਥੇ ਵਿਆਜ ਨਹੀਂ ਆਉਣਾ, ਹਿੱਤ ਆਉਣਾ ਹੈ। ਹਿੱਤ ਇਕੱਤਰੀਕਰਨ, ਹਿੱਤ ਸਮੂਹੀਕਰਨ ਸ਼ਬਦ ਵੀ ਆ ਸਕਦਾ ਹੈ। ਇੰਟਰਸਟ ਐਗਰੀਗੇਸ਼ਨ ਤੋਂ ਤੁਹਾਡਾ ਕੀ ਮਤਲਬ ਹੈ ਜਾਂ ਇਸ ਤੋਂ ਕੀ ਭਾਵ ਹੈ। ਰਾਜਨੀਤਿਕ ਪ੍ਰਣਾਲੀ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਲਿਖੋ। ਕੁਦਰਤ ਦੀ ਸਥਿਤੀ ਬਾਰੇ ਹੌਬਸ ਦੇ ਕੀ ਵਿਚਾਰ ਹਨ। ਮਨੁੱਖੀ ਸੁਭਾਅ ਬਾਰੇ ਹੌਬਸ ਦੇ ਕੀ ਵਿਚਾਰ ਹਨ। ਮਨੁੱਖੀ ਸੁਭਾਅ ਬਾਰੇ ਰੂਸੋ ਦੇ ਕੀ ਵਿਚਾਰ ਹਨ। ਆਮ ਇੱਛਾ ਕੀ ਹੈ, ਜਨਰਲ ਵਿਲ ਜਿਸ ਨੂੰ ਕਿਹਾ ਗਿਆ। ਆਮ ਇੱਛਾ ਬਾਰੇ ਰੂਸੋ ਦੇ ਸਿਧਾਂਤ ਕੀ ਹੈ। ਕੁਦਰਤ ਦੀ ਸਥਿਤੀ ਬਾਰੇ ਲੌਕ ਦੇ ਵਿਚਾਰਾਂ ਦੀ ਚਰਚਾ ਕਰੋ। ਉਦਾਰਵਾਦ ਦੇ 4 ਸਮਰਥਕਾਂ ਦੇ ਨਾਮ ਦੱਸੋ। ਗਾਂਧੀ ਜੀ ਦੇ ਆਦਰਸ਼ ਰਾਜ ਦੀਆਂ 4 ਵਿਸ਼ੇਸ਼ਤਾਵਾਂ। ਰਾਜ ਬਾਰੇ ਗਾਂਧੀ ਦੇ ਵਿਚਾਰਾਂ ਦੀ ਚਰਚਾ। ਐਂਡ ਕਲਿਆਣਕਾਰੀ ਰਾਜ ਦੇ 4 ਉਦੇਸ਼ਾਂ ਦੀ ਚਰਚਾ ਕਰੋ। ਲੇਸਿਸ ਫਾਇਰ ਦਾ ਕੀ ਅਰਥ ਹੈ। ਅੰਦਰੂਨੀ ਪ੍ਰਭੂਸੱਤਾ ਕੀ ਹੈ। ਅੱਗੇ ਹੈ ਪ੍ਰਭੂਸੱਤਾ ਕੀ ਹੈ। ਐਂਡ ਨੈਕਸਟ ਹੈ ਪ੍ਰਭੂਸੱਤਾ ਦਾ ਬਹੁਲਵਾਦੀ ਸਿਧਾਂਤ ਕੀ ਹੈ। ਪ੍ਰਭੂਸੱਤਾ ਦਾ ਬਹੁਲਵਾਦੀ ਨਜ਼ਰੀਆ ਕੀ ਹੈ। ਅਸਲ ਪ੍ਰਭੂਸੱਤਾ ਤੋਂ ਤੁਹਾਡਾ ਕੀ ਭਾਵ ਹੈ। ਰਾਜ ਦੇ ਕਾਰਜਾਂ ਬਾਰੇ ਸਮਾਜਵਾਦੀ ਦ੍ਰਿਸ਼ਟੀਕੋਣ ਕੀ ਹੈ। ਰਾਜ ਦੀ ਪ੍ਰਕਿਰਤੀ ਬਾਰੇ ਉਦਾਰਵਾਦੀ ਨਜ਼ਰੀਆ ਕੀ ਹੈ। ਐਂਡ ਨੈਕਸਟ ਰਾਜ ਬਾਰੇ ਉਦਾਰਵਾਦੀ ਅਤੇ ਮਾਰਕਸਵਾਦੀ ਨਜ਼ਰੀਏ ਵਿੱਚ ਕੋਈ 2 ਅੰਤਰ ਲਿਖੋ। ਫੀਡਬੈਕ ਲੂਪ ਵਿਧੀ ਤੋਂ ਤੁਹਾਡਾ ਕੀ ਭਾਵ ਹੈ। ਡੇਵਿਡ ਈਸਟਨ ਦੀ ਫੀਡਬੈਕ ਲੂਪ ਵਿਧੀ ਕੀ ਹੈ। ਇੰਟਰਸਟ ਆਰਟੀਕੂਲੇਸ਼ਨ ਹਿੱਤ ਸਮੂਹੀਕਰਨ ਦਾ ਕੀ ਅਰਥ ਹੈ। ਅੱਗੇ ਰਾਜਨੀਤਿਕ ਪ੍ਰਣਾਲੀ ਦੇ ਇੰਟਰਸਟ ਆਰਟੀਕੂਲੇਸ਼ਨ, ਇੱਥੇ ਵਿਆਜ ਬਿਆਨ ਕਾਰਜ ਦੀ ਵਿਆਖਿਆ ਲਿਖਿਆ। ਇੰਟਰਸਟ ਆਰਟੀਕੂਲੇਸ਼ਨ ਦੇ ਕਾਰਜਾਂ ਦੀ ਵਿਆਖਿਆ ਕਰਨੀ ਹੈ। ਇਹ ਜਿੱਥੇ ਵੀ ਤੁਹਾਨੂੰ ਕਨਫਿਊਜ਼ਨ ਲੱਗੇ ਤੁਸੀਂ ਇੰਗਲਿਸ਼ ਮੀਡੀਅਮ ਦਾ ਵੀਡੀਓ ਜ਼ਰੂਰ ਦੇਖ ਲੈਣਾ, ਜਿੱਥੇ ਮੋਸਟ ਇੰਪੋਰਟੈਂਟ ਕੁਐਸਚਨਸ ਡਿਸਕਸ ਕੀਤੇ ਗਏ ਆ। ਉੱਥੋਂ ਤੁਹਾਨੂੰ ਹੋਰ ਕਲੀਅਰ ਹੋ ਜਾਏਗਾ, ਕਿਉਂਕਿ ਟਰਾਂਸਲੇਟ ਕਰਨ ਲੱਗੇ ਇੱਥੇ ਕੁਝ ਵਰਡਸ ਆ ਜਿਹੜੇ ਉਹ ਗਲਤ ਚੁੱਕ ਲਏ ਜਾਂਦੇ ਆ। ਨੈਕਸਟ ਹੈ ਫੀਡਬੈਕ ਲੂਪ ਵਿਧੀ ਕੀ ਹੈ। ਪ੍ਰੋਲੋਤਾਰੀ ਦੀ ਤਾਨਾਸ਼ਾਹੀ ਕੀ ਹੈ। ਰਾਜ ਨੂੰ ਜ਼ਰੂਰੀ ਬੁਰਾਈ ਕਿਉਂ ਕਿਹਾ ਜਾਂਦਾ ਹੈ, ਇਸ ਬਾਰੇ ਲਿਖੋ। ਇਹ ਸੀ ਸ਼ਾਰਟ ਕੁਐਸਚਨਸ 2-2 ਨੰਬਰ ਦੇ 9 ਕੁਐਸਚਨ ਤੁਸੀਂ ਕਰਨੇ ਆ। 15 ਕੁਐਸਚਨਸ ਤੁਹਾਨੂੰ ਪੇਪਰ ਦੇ ਵਿੱਚ ਆਉਣਗੇ। ਇਸ ਤੋਂ ਇਲਾਵਾ ਯੂਨਿਟ ਵਾਈਜ਼ ਤੁਹਾਨੂੰ 4 ਯੂਨਿਟਸ ਦੇ ਵਿੱਚੋਂ ਹਰ ਇੱਕ ਯੂਨਿਟ ਦੇ ਵਿੱਚ 2 ਕੁਐਸਚਨ ਪੁੱਛੇ ਜਾਣਗੇ। ਲੌਂਗ ਕੁਐਸਚਨ ਐਸੇ ਟਾਈਪ ਹੋਣਗੇ, ਜਿਸ ਦਾ ਆਨਸਰ ਤੁਸੀਂ 3-4 ਸ਼ੀਟਸ ਦੇ ਉੱਪਰ ਘੱਟੋ ਘੱਟ ਦੇਣਾ ਹੋਏਗਾ ਔਰ 18 ਮਾਰਕਸ ਦਾ ਇੱਕ ਕੁਐਸਚਨ ਹੋਏਗਾ। ਬੜੇ ਸਮਝ ਕੇ ਇਸ ਦੀ ਤਿਆਰੀ ਕਰਨ ਦੀ ਜ਼ਰੂਰਤ ਹੈ। ਯੂਨਿਟ ਫਸਟ ਦੇ ਵਿੱਚ ਲੌਂਗ ਕੁਐਸਚਨਸ ਇਸ ਤਰ੍ਹਾਂ ਹੈ। ਰਾਜਨੀਤੀ ਵਿਗਿਆਨ ਦੇ ਆਧੁਨਿਕ ਸਮਕਾਲੀ ਦ੍ਰਿਸ਼ਟੀਕੋਣ ਦੀ ਚਰਚਾ ਕਰੋ। ਅੱਗੇ ਹੈ ਰਾਜਨੀਤੀ ਸ਼ਾਸਤਰ ਦੇ ਪਰੰਪਰਾਗਤ ਦ੍ਰਿਸ਼ਟੀਕੋਣ ਨੂੰ ਪਰਿਭਾਸ਼ਿਤ ਕਰੋ ਅਤੇ ਇਸ ਦੇ ਦਾਇਰੇ ਸਕੋਪ ਨੂੰ ਲਿਖੋ। ਉਸ ਤੋਂ ਬਾਅਦ ਹੈ ਰਾਜਨੀਤਿਕ ਪ੍ਰਣਾਲੀ ਦੀ ਪਰਿਭਾਸ਼ਾ ਦਿਓ, ਇਸ ਦੇ ਦਾਇਰੇ ਦੀ ਚਰਚਾ ਕਰੋ, ਇਸ ਦਾ ਸਕੋਪ
ਇਹ ਕੁਐਸਚਨਸ ਕਈ ਰਿਪੀਟ ਹੋਏ ਆ, ਇਸ ਨੂੰ ਕਈ ਵਾਰੀ ਮੋਲਡ ਕਰਕੇ ਕੁਐਸਚਨ ਪਾਇਆ ਜਾਂਦਾ ਹੈ। ਜਿਵੇਂ ਕਿ ਪਹਿਲੇ ਦੇ ਵਿੱਚ ਪਰੰਪਰਾਗਤ ਦ੍ਰਿਸ਼ਟੀਕੋਣ ਨੂੰ ਪਰਿਭਾਸ਼ਿਤ ਕਰਨਾ, ਇੱਥੇ ਕਿਹਾ ਗਿਆ ਰਾਜਨੀਤਿਕ ਪ੍ਰਣਾਲੀ ਦੀ ਪਰਿਭਾਸ਼ਾ ਦੇਣੀ ਹੈ। ਦੋਨਾਂ ਦੇ ਨਾਲ ਸਕੋਪ ਦੇ ਬਾਰੇ ਪੁੱਛਿਆ ਗਿਆ। ਅੱਗੇ ਹੈ ਰਾਜਨੀਤੀ ਵਿਗਿਆਨ ਤੇ ਸਮਾਜ ਸ਼ਾਸਤਰ ਵਿਚਕਾਰ ਸੰਬੰਧਾਂ ਦੀ ਚਰਚਾ ਕਰੋ। ਐਂਡ ਨੈਕਸਟ ਹੈ ਰਾਜਨੀਤੀ ਵਿਗਿਆਨ ਅਤੇ ਇਤਿਹਾਸ ਦੇ ਆਪਸੀ ਸੰਬੰਧਾਂ ਬਾਰੇ ਚਰਚਾ ਕਰੋ। ਐਂਡ ਨੈਕਸਟ ਰਾਜਨੀਤੀ ਸ਼ਾਸਤਰ ਅਤੇ ਅਰਥ ਸ਼ਾਸਤਰ ਦੇ ਵਿਚਕਾਰ ਸੰਬੰਧਾਂ ਦੀ ਵਿਆਖਿਆ ਕਰੋ। ਇਹ ਯੂਨਿਟ ਫਸਟ ਹੈ। ਇਸ ਦੇ ਵਿੱਚੋਂ 2 ਲੌਂਗ ਕੁਐਸਚਨ ਆਉਣਗੇ, ਇੱਕ ਤੁਸੀਂ ਕਰਨਾ ਹੋਏਗਾ, ਕੁਐਸਚਨ ਮੋਲਡ ਕਰਕੇ ਪੇਪਰ 'ਚ ਪਾਇਆ ਜਾ ਸਕਦਾ ਹੈ, ਉਸ ਨੂੰ ਤੁਸੀਂ ਸਮਝ ਕੇ ਉਸੇ ਤਰ੍ਹਾਂ ਉਸ ਦਾ ਆਨਸਰ ਦੇਣਾ ਹੋਏਗਾ। ਯੂਨਿਟ ਸੈਕੰਡ ਦੇ ਵਿੱਚ ਹੈ ਰਾਜ ਨੂੰ ਪਰਿਭਾਸ਼ਿਤ ਕਰੋ ਅਤੇ ਇਸ ਦੇ ਜ਼ਰੂਰੀ ਤੱਤਾਂ ਦੀ ਚਰਚਾ ਕਰੋ। ਐਂਡ ਨੈਕਸਟ ਹੈ ਰਾਜ ਨੂੰ ਪਰਿਭਾਸ਼ਿਤ ਕਰੋ, ਰਾਜ ਤੇ ਸਰਕਾਰ ਵਿੱਚ ਕੀ ਅੰਤਰ ਹੈ। ਐਂਡ ਨੈਕਸਟ ਰਾਜ ਨੂੰ ਪਰਿਭਾਸ਼ਿਤ ਕਰੋ, ਰਾਜ ਅਤੇ ਸਮਾਜ ਦੇ ਵਿੱਚ ਅੰਤਰ ਦੱਸੋ। ਉਸ ਤੋਂ ਬਾਅਦ ਹੈ ਰਾਜ ਦੀ ਉਤਪਤੀ ਬਾਰੇ ਵਿਕਾਸਵਾਦੀ ਸਿਧਾਂਤ ਦੀ ਚਰਚਾ ਕਰੋ। ਐਂਡ ਨੈਕਸਟ ਰਾਜ ਦੀ ਉਤਪਤੀ ਬਾਰੇ ਇਤਿਹਾਸਿਕ ਜਾਂ ਵਿਕਾਸਵਾਦੀ ਸਿਧਾਂਤ ਦੀ ਵਿਆਖਿਆ ਕਰੋ। ਐਂਡ ਨੈਕਸਟ ਹੈ ਰਾਜ ਦੀ ਉਤਪਤੀ ਬਾਰੇ ਸਮਾਜਿਕ ਇਕਰਾਰਨਾਮੇ ਦੇ ਸਿਧਾਂਤ ਦੀ ਚਰਚਾ ਕਰੋ। ਹੌਬਜ਼ ਅਤੇ ਲੌਕ ਦੇ ਵਿਚਾਰਾਂ ਦੀ ਰੌਸ਼ਨੀ ਵਿੱਚ ਸਮਾਜਿਕ ਇਕਰਾਰਨਾਮੇ ਦੇ ਸਿਧਾਂਤ ਦੀ ਚਰਚਾ ਕਰੋ। ਐਂਡ ਨੈਕਸਟ ਹੈ ਸਮਾਜਿਕ ਇਕਰਾਰਨਾਮੇ ਦਾ ਸਿਧਾਂਤ ਬੁਰਾ ਇਤਿਹਾਸ, ਬੁਰਾ ਦਰਸ਼ਨ, ਬੁਰਾ ਕਾਨੂੰਨ ਅਤੇ ਬੁਰਾ ਤਰਕ ਹੈ, ਸਮਝਾਓ। ਯੂਨਿਟ ਥਰਡ ਦੇ ਵਿੱਚ ਹੈ ਗਾਂਧੀ ਜੀ ਦੇ ਆਦਰਸ਼ ਰਾਜ ਦੀਆਂ ਵਿਸ਼ੇਸ਼ਤਾਵਾਂ ਲਿਖੋ। ਐਂਡ ਨੈਕਸਟ ਹੈ ਰਾਜ ਬਾਰੇ ਮਾਰਕਸ ਦੇ ਨਜ਼ਰੀਏ ਦੀ ਚਰਚਾ ਕਰੋ। ਉਸ ਤੋਂ ਬਾਅਦ ਰਾਜ ਦੇ ਸੁਭਾਅ ਦੇ ਉਦਾਰਵਾਦੀ ਨਜ਼ਰੀਏ ਦੀ ਚਰਚਾ ਕਰੋ। ਐਂਡ ਨੈਕਸਟ ਸਮਾਜਿਕ ਰਾਜ ਕੀ ਹੈ, ਸਮਾਜਵਾਦੀ ਦ੍ਰਿਸ਼ਟੀਕੋਣ ਅਨੁਸਾਰ ਰਾਜ ਦੇ ਕੰਮ ਕੀ ਹਨ, ਸਮਾਜਵਾਦੀ ਰਾਜ ਇੱਥੇ ਦੱਸਣਾ। ਅੱਗੇ ਹੈ ਰਾਜ ਦੀ ਪ੍ਰਕਿਰਤੀ ਬਾਰੇ ਸਮਾਜਵਾਦੀ ਮਾਰਕਸਵਾਦੀ ਨਜ਼ਰੀਆ ਕੀ ਹੈ, ਰਾਜ ਦੇ ਸਮਾਜਵਾਦੀ ਪਰਿਵੇਖ ਦੀ ਚਰਚਾ ਕਰੋ। ਉਸ ਤੋਂ ਬਾਅਦ ਕਲਿਆਣਕਾਰੀ ਰਾਜ ਕੀ ਹੁੰਦਾ, ਇਸ ਦੇ ਕੰਮ ਕੀ ਹਨ, ਇਹ ਦੱਸਣਾ। ਐਂਡ ਦੈਨ ਕਲਿਆਣਕਾਰੀ ਰਾਜ ਦੀ ਪਰਿਭਾਸ਼ਾ ਦਿਓ ਅਤੇ ਇਸ ਦੇ ਕਾਰਜਾਂ ਨੂੰ ਲਿਖੋ। ਐਂਡ ਨੈਕਸਟ ਹੈ ਸਮਕਾਲੀ ਯੁੱਗ ਵਿੱਚ ਕਲਿਆਣਕਾਰੀ ਰਾਜ ਦੇ ਕਾਰਜਾਂ ਦੀ ਚਰਚਾ ਕਰੋ। ਹੁਣ ਹੈ ਯੂਨਿਟ ਫੋਰਥ। ਇਸ ਦੇ ਵਿੱਚ ਹੈ ਔਸਟਨ ਦੀ ਪ੍ਰਭੂਸੱਤਾ ਦੇ ਸਿਧਾਂਤ ਦੀ ਗੰਭੀਰਤਾ ਨਾਲ ਜਾਂਚ ਕਰੋ। ਐਂਡ ਨੈਕਸਟ ਪ੍ਰਭੂਸੱਤਾ ਨੂੰ ਪਰਿਭਾਸ਼ਿਤ ਕਰੋ, ਇਸ ਦੀਆਂ ਕਿਸਮਾਂ ਬਾਰੇ ਚਰਚਾ ਕਰੋ। ਐਂਡ ਨੈਕਸਟ ਪ੍ਰਭੂਸੱਤਾ ਦੀ ਪਰਿਭਾਸ਼ਾ ਦਿਓ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਰਚਾ ਕਰੋ। ਨੈਕਸਟ ਪ੍ਰਭੂਸੱਤਾ ਦੇ ਬਹੁਲਵਾਦੀ ਸਿਧਾਂਤ ਦੀ ਗੰਭੀਰਤਾ ਨਾਲ ਜਾਂਚ ਕਰੋ। ਐਂਡ ਨੈਕਸਟ ਹੈ ਆਲਮੰਡ ਦੇ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੇ ਕਾਰਜਾਂ ਦੀ ਚਰਚਾ ਕਰੋ। ਐਂਡ ਨੈਕਸਟ ਰਾਜਨੀਤਿਕ ਪ੍ਰਣਾਲੀ ਦੇ ਕਾਰਜਾਂ ਦੀ ਚਰਚਾ ਕਰੋ, ਉੱਥੇ ਨਾਲ ਰਾਈਟਰ ਦਾ ਨਾਮ ਦੱਸਿਆ ਜਿਸ ਦੇ ਅਕੋਰਡਿੰਗ ਤੁਸੀਂ ਕਾਰਜਾਂ ਦੀ ਚਰਚਾ ਕਰਨੀ ਹੈ। ਇੱਥੇ ਕਿਸੇ ਵੀ ਤੁਸੀਂ ਰਾਈਟਰ ਦੇ ਅਨੁਸਾਰ ਇਸ ਦੇ ਕੰਮ ਦੱਸ ਸਕਦੇ ਹੋ। ਅੱਗੇ ਹੈ ਆਲਮੰਡ ਅਤੇ ਪਾਵਲ ਦੇ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੇ ਕੰਮ ਕੀ ਹਨ। ਤੁਹਾਡੇ ਸਿਲੇਬਸ ਦੇ ਵਿੱਚ ਆਲਮੰਡ ਅਤੇ ਪਾਵਲ ਦੇ ਦਿੱਤੇ ਹੋਏ ਆ ਮੇਨ, ਤਾਂ ਤੁਸੀਂ ਇਹ ਦੇ ਸਕਦੇ ਹੋ ਇੱਥੇ। ਅੱਗੇ ਹੈ ਰਾਜਨੀਤਿਕ ਪ੍ਰਣਾਲੀ ਦਾ ਮੁੱਖ ਕੰਮ ਇਨਪੁੱਟ ਨੂੰ ਆਊਟਪੁੱਟ ਵਿੱਚ ਬਦਲਣਾ ਹੈ, ਇਸ ਦੇ ਬਾਰੇ ਚਰਚਾ ਕਰੋ। ਇਹ ਡੇਵਿਡ ਈਸਟਨ ਦੇ ਦੁਆਰਾ ਕਿਹਾ ਗਿਆ। ਇਹ ਤੁਸੀਂ ਜਦੋਂ ਕੰਮ ਪੁੱਛੇ ਜਾਂਦੇ ਆ ਤਾਂ ਇਹ ਡੇਵਿਡ ਈਸਟਨ ਦੇ ਅਕੋਰਡਿੰਗ ਜੋ ਹੈ ਉਹ ਵੀ ਦੇ ਸਕਦੇ ਹੋ। ਅੱਗੇ ਹੈ ਡੇਵਿਡ ਈਸਟਨ ਦੇ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੇ ਕਾਰਜਾਂ ਦੀ ਚਰਚਾ ਕਰੋ। ਜੇਕਰ ਤੁਹਾਨੂੰ ਸਪੈਸ਼ਲੀ ਲਿਖਿਆ ਜਾਂਦਾ ਹੈ ਕਿ ਇਸ ਦੇ ਅਕੋਰਡਿੰਗ ਦੇਣਾ, ਜਿਵੇਂ ਡੇਵਿਡ ਈਸਟਨ ਦੇ ਅਨੁਸਾਰ, ਆਲਮੰਡ ਪਾਵਲ ਦੇ ਅਨੁਸਾਰ, ਫਿਰ ਤੁਸੀਂ ਜਿਹੜਾ ਪੁੱਛਿਆ ਜਾਂਦਾ ਉਸ ਦੇ ਅਕੋਰਡਿੰਗ ਹੀ ਉਸ ਦਾ ਆਨਸਰ ਦੇਣਾ ਹੈ। ਇਸ ਤਰ੍ਹਾਂ ਨਹੀਂ ਕਿ ਤੁਸੀਂ ਆਪਣੀ ਮਰਜ਼ੀ ਨਾਲ ਉਸ ਦੇ ਕਾਰਜ ਦੇ ਦਿਓ। ਅੱਗੇ ਹੈ ਰਾਜਨੀਤਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਦੀ ਚਰਚਾ ਕਰੋ। ਵਿਸ਼ੇਸ਼ਤਾਵਾਂ ਮੀਨਸ ਇਸ ਦੀਆਂ ਕਰੈਕਟਰਿਸਟਿਕਸ, ਇਸ ਨੂੰ ਫੀਚਰਸ ਵੀ ਕਿਹਾ ਜਾਂਦਾ ਹੈ, ਇਸ ਨੂੰ ਲੱਛਣ ਵੀ ਕਿਹਾ ਜਾਂਦਾ ਹੈ, ਵਿਸ਼ੇਸ਼ਤਾਵਾਂ ਵੀ ਸ਼ਬਦ ਵਰਤ ਲਿਆ ਜਾਂਦਾ ਹੈ। ਇਹ ਸੀ ਤੁਹਾਡੇ ਲੌਂਗ ਕੁਐਸਚਨ ਅਤੇ ਸ਼ਾਰਟ ਕੁਐਸਚਨਸ ਦਾ ਵੀਡੀਓ। ਇਸ ਤੋਂ ਇਲਾਵਾ ਤੁਸੀਂ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਇੱਥੋਂ ਹੀ ਦੇਖ ਸਕਦੇ ਹੋ। ਪੰਜਾਬੀ ਕੰਪਲਸਰੀ ਅਤੇ ਸੋਸ਼ੀਓਲੋਜੀ ਦੇ ਤੁਹਾਨੂੰ ਕੁਝ ਪੂਰੇ ਸਿਲੇਬਸ ਦੇ ਹੀ ਲੈਕਚਰਸ ਮਿਲ ਜਾਣਗੇ, ਉੱਥੋਂ ਤੁਸੀਂ ਆਪਣੇ ਪੇਪਰ ਦੀ ਤਿਆਰੀ ਕਰ ਸਕਦੇ ਹੋ। ਬਹੁਤ ਈਜ਼ੀ ਵਰਡਿੰਗ ਦੇ ਵਿੱਚ ਉਹ ਕਰਵਾਈ ਗਈ ਹੈ। ਔਰ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਸਕਦੇ ਹੋ। ਥੈਂਕ ਯੂ ਸੋ ਮਚ। ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਦੇ ਵਿੱਚ।